1999 ਦੇ ਵਿੱਚ ਜਦੋਂ ਚੋਣ ਲੜਦੇ ਹੋ 2,98,000 ਵੋਟਾਂ ਲੈ ਕੇ ਜਾਂਦੇ ਹੋ, ਲੀਡ ਲੈ ਕੇ ਜਾਂਦੇ ਹੋ। ਇਸ ਵਾਰ ਕਿੰਨੀਆਂ ਲੱਗਦੀਆਂ, ਕਿੰਨੀਆਂ ਲੈ ਕੇ ਜਾਓਗੇ? ਦਾਅਵੇ ਤਾਂ ਹਰ ਕੋਈ ਕਰ ਰਿਹਾ। ਤੁਸੀਂ ਕਹਿ ਰਹੇ ਸੀ ਕਿ ਮੈਨੂੰ ਥ੍ਰੈਟ ਆਇਆ, ਕਿਸੇ ਦੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕੌਣ ਹੈ, ਕਿਸ ਦੇ ਵੱਲੋਂ? ਆਮ ਪਾਰਟੀ ਦਾ ਕੋਈ ਬਹੁਤ ਵੱਡਾ ਇਹ ਬੰਦਾ ਹੈਗਾ। ਰਾਤ ਇੱਕ ਚਿੱਠੀ ਵਾਇਰਲ ਹੁੰਦੀ ਹੈ, ਤੁਸੀਂ ਇਲਜ਼ਾਮ ਲਾਉਂਦੇ ਹੋ ਅਕਾਲੀ ਦਲ ਬਾਦਲ ਦੇ ਉੱਤੇ। ਕਰਨੈਲ ਸਿੰਘ ਪੀਰ ਮੁਹੰਮਦ ਕਹਿ ਰਹੇ ਆ ਕਿ ਬੇਬੁਨਿਆਦ ਜਿਹੜੇ ਇਲਜ਼ਾਮ ਲਾਏ ਜਾ ਰਹੇ ਸਾਡੇ। ਹੁਣ ਸ਼ੈਤਾਨੀ ਦਾ ਪਤਾ ਲੱਗ ਗਿਆ, ਜੜ ਦਾ ਪਤਾ ਲੱਗ ਗਿਆ। ਹੁਣ ਨਾ ਪੀਰ ਮੁਹੰਮਦ ਸਾਹਿਬ ਕੁਝ ਕਹਿ ਸਕਦੇ ਹੈ, ਨਾ ਬਲਟੋਆ ਸਾਹਿਬ ਕਹਿ ਸਕਦੇ ਹੈ। ਹੁਣ ਇਹ ਫਸ ਗਏ ਹੈ। ਸਾਡੇ ਕੋਲੇ ਪੂਰੇ ਸਬੂਤ ਹੈ। ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਤਾਂ ਲੜ ਰਿਹਾ ਕੌਮ ਦੇ ਲਈ, ਮੈਂ ਲੜ ਰਿਹਾ ਆਪਣੇ ਫਰਜ਼ਾਂ ਦੇ ਲਈ, ਪਰ ਸਾਡੀ ਕੌਮੀਅਤ ਭੁੱਲ ਗਈ। ਤੁਹਾਨੂੰ ਲੱਗਦਾ ਹੁਣ ਕੌਮ ਨੂੰ ਕੌਮੀਅਤ ਯਾਦ ਰਹੂ? ਵਾਪਸ ਆ ਰਹੀ ਹੈ ਸੰਤ ਜਰਨੈਲ ਸਿੰਘ ਦੀ ਸੋਚ। ਮਿਸ ਕਰ ਰਹੇ ਹੋ ਅੱਜ ਸਿੱਧੂ ਨੂੰ ਜਾਂ ਦੀਪ ਸਿੱਧੂ ਨੂੰ, ਸਿੱਧੂ ਮੂਸੇਵਾਲਾ ਨੂੰ? ਅੱਜ ਗੀਤ ਵੀ ਆ ਰਿਹਾ ਸਿੱਧੂ ਮੂਸੇਵਾਲਾ ਦਾ, SYL। ਮੈਂ ਉਹਨਾਂ ਨੂੰ ਵੀ ਮਿਸ ਕਰ ਰਿਹਾ, ਸੰਤ ਜਰਨੈਲ ਸਿੰਘ ਨੂੰ ਵੀ ਮਿਸ ਕਰ ਰਿਹਾ। ਕਲੇਜੇ ਤੀਰ ਵੇਖਣ ਨੂੰ, ਸਿਰ ਤੇ ਤਾਜ ਵੇਖਣ ਨੂੰ, ਬੜੀ ਬੇਤਾਬ ਹੈ ਦੁਨੀਆ ਤੇਰੀ ਪ੍ਰਵਾਜ਼ ਵੇਖਣ ਨੂੰ। ਕਿਹੜੀ ਪ੍ਰਵਾਜ਼ ਦੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ 1999 ਵਾਲੀ ਪ੍ਰਵਾਜ਼ ਦੀ। 1999 ਸੰਗਰੂਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੀ ਪ੍ਰਵਾਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਭਰਦੇ ਆ। ਇਸ ਵਾਰ ਬਾਈ ਇਲੈਕਸ਼ਨ ਦੇ ਵਿੱਚ ਵੀ ਚੋਣ ਮੈਦਾਨ ਦੇ ਵਿੱਚ ਨੇ। ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਨੇ। ਮਾਨ ਸਾਹਿਬ, ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਵਾਹਿਗੁਰੂ ਜੀ ਫਤਿਹ। ਬਹੁਤ ਤੁਹਾਡਾ ਕਿਰਪਾ ਹੈ ਜਿਹੜਾ ਤੁਸੀਂ ਸਾਰਾ ਕੁਝ ਛੱਡ ਕੇ ਇੱਥੇ ਆਏ ਹੋ। ਥੈਂਕ ਯੂ। ਮਾਨ ਸਾਹਿਬ, ਅੱਜ ਮਤਦਾਨ ਕਰ ਰਹੇ ਆ ਲੋਕ। ਸੰਗਰੂਰ ਦੇ ਲੋਕ ਨੇ ਜਿਨ੍ਹਾਂ ਨੇ 1999 'ਚ ਤੁਹਾਨੂੰ ਜਿਤਾਇਆ। 1999 ਦੀ ਚੋਣ 'ਚ ਤੇ ਅੱਜ ਦੀ ਚੋਣ 'ਚ ਕੀ ਫਰਕ ਦੇਖਦੇ? ਪਹਿਲਾਂ ਵੀ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਤੇ ਐਤਕ ਵੀ ਤਾਂ ਬਹੁਤ ਉਤਸ਼ਾਹ ਹੈ। ਤੇ ਮੈਂ ਸਾਰੇ ਮਾਲਵੇ ਦੇ ਲੋਕਾਂ ਦਾ ਬਹੁਤ ਰਿਣੀ ਹੈ, ਕਿਉਂ ਕਰਕੇ ਮੈਂ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀਗਾ ਤੇ ਮਲਵਈਆਂ ਨੇ ਮੈਨੂੰ ਬਹੁਤ ਭਾਰੀ ਸਤਿਕਾਰ ਦਿੱਤਾ, ਜਿਹਦਾ ਮੈਂ ਬਹੁਤ ਰਿਣੀ ਹੈ। ਤੇ ਮੈਂ ਇਹਨਾਂ ਦਾ ਪਿਆਰ, ਇਹਨਾਂ ਦੀ ਵਫਾਦਾਰੀ ਜਿਹੜੀ ਹੈ ਉਹ ਕਦੇ ਵੀ ਭੁੱਲ ਨਹੀਂ ਸਕਦਾ, ਕਿਉਂ ਕਰਕੇ ਮੈਂ ਉੱਜੜਿਆ ਹੋਇਆ ਗਾਂਧੀ, ਨਹਿਰੂ ਤੇ ਜਿਨ੍ਹਾਂ ਦੀਆਂ ਪਾਲਿਸੀਆਂ ਕਰਕੇ ਸਾਨੂੰ ਸਿੱਖਾਂ ਨੂੰ 1947 ਦੇ ਵਿੱਚ ਸਾਡੀਆਂ ਜ਼ਮੀਨਾਂ, ਸਾਡੀਆਂ ਜਾਇਦਾਦਾਂ, ਸਾਡੇ ਮਰੱਬਿਆਂ ਤੋਂ ਇਹਨਾਂ ਨੇ ਉਜਾੜਤਾ ਸੀ। ਤੇ ਇੱਥੇ ਜਿਹੜੇ ਸਿੱਖ ਵੱਸਦੇ ਸੀ ਉਹਨਾਂ ਨੇ ਸਾਨੂੰ ਵਸਾਇਆ। ਤਾਂ ਅੱਜ ਫੇਰ ਜੇ ਮੈਨੂੰ ਵਸਾ ਦੇਣਗੇ, ਮੈਂ ਇਹਨਾਂ ਦਾ ਬਹੁਤ ਰਿਣੀ ਹੋਊਂਗਾ। ਮਾਨ ਸਾਹਿਬ, 2000 ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, 1999 ਦੇ ਵਿੱਚ ਜਦੋਂ ਚੋਣ ਲੜਦੇ ਹੋ 2,98,000 ਵੋਟਾਂ ਲੈ ਕੇ ਜਾਂਦੇ ਹੋ, ਲੀਡ ਲੈ ਕੇ ਜਾਂਦੇ ਹੋ। ਇਸ ਵਾਰ ਕਿੰਨੀਆਂ ਲੱਗਦੀਆਂ, ਕਿੰਨੀਆਂ ਲੈ ਕੇ ਜਾਓਗੇ? ਦਾਅਵੇ ਤਾਂ ਹਰ ਕੋਈ ਕਰ ਰਿਹਾ। ਇਹ ਮੈਂ ਕਹਿ ਨਹੀਂ ਜੀ ਸਕਦਾ ਕਿ ਇਹ ਮੇਰੀ ਕੈਲਕੂਲੇਸ਼ਨਸ ਕਿਤੇ ਗਲਤ ਹੋ ਜਾਏ ਜਾਂ ਠੀਕ ਹੋ ਜਾਏ। ਜਦੋਂ ਰਿਜ਼ਲਟ ਆਉਣਗੇ EVM ਮਸ਼ੀਨਾਂ ਦੇ, ਉਦੋਂ ਅਸੀਂ ਦੱਸ ਸਕਾਂਗੇ। ਪਹਿਲਾਂ ਨਹੀਂ ਅਸੀਂ ਕੁਝ ਕਹਿ ਸਕਦੇ। ਆਪਾਂ ਰਾਤ ਗੱਲ ਕਰ ਰਹੇ ਸੀ, ਰਾਤ ਇੱਕ ਚਿੱਠੀ ਵਾਇਰਲ ਹੁੰਦੀ ਹੈ, ਤੁਸੀਂ ਇਲਜ਼ਾਮ ਲਾਉਂਦੇ ਹੋ ਅਕਾਲੀ ਦਲ ਬਾਦਲ ਦੇ ਉੱਤੇ। ਕਰਨੈਲ ਸਿੰਘ ਪੀਰ ਮੁਹੰਮਦ ਕਹਿ ਰਹੇ ਆ ਕਿ ਬੇਬੁਨਿਆਦ ਜਿਹੜੇ ਇਲਜ਼ਾਮ ਲਾਏ ਜਾ ਰਹੇ ਸਾਡੇ। ਬਿਲਕੁਲ ਬੇਬੁਨਿਆਦ ਨਹੀਂ। ਸਾਨੂੰ ਪਤਾ ਲੱਗ ਗਿਆ ਕਿ ਜੀ ਇਹ ਬੁੱਕ ਦੇ ਉੱਤੇ ਪਹਿਲਾਂ ਚੜਿਆ ਸੀਗਾ, ਉਹ ਬਾਦਲ ਦਲ ਦਾ ਇਹ ਮੈਂਬਰ ਸੀਗਾ। ਤੇ ਉਸ ਨੇ ਜਦੋਂ ਰੌਲਾ ਪੈ ਗਿਆ ਇਸ ਚਿੱਠੀ ਦੇ ਖਿਲਾਫ, ਜਦੋਂ ਅਸੀਂ ਬਿਆਨਬਾਜ਼ੀ ਕੀਤੀ, ਉਹਨੇ ਆਪਣੀ ਬੁੱਕ ਤੋਂ ਹਟਾ ਲਿਆ। ਹੁਣ ਸ਼ੈਤਾਨੀ ਦਾ ਪਤਾ ਲੱਗ ਗਿਆ, ਜੜ ਦਾ ਪਤਾ ਲੱਗ ਗਿਆ। ਹੁਣ ਨਾ ਪੀਰ ਮੁਹੰਮਦ ਸਾਹਿਬ ਕੁਝ ਕਹਿ ਸਕਦੇ ਹੈ, ਨਾ ਬਲਟੋਆ ਸਾਹਿਬ ਕਹਿ ਸਕਦੇ ਹੈ, ਨਾ ਜਿਹੜੇ ਇੱਥੇ ਮੇਰੇ ਕੋਲੇ ਆਏ ਸੀਗੇ ਚੰਦੂ ਮਾਜਰਾ ਸਾਹਿਬ ਉੱਥੇ ਬੈਠੇ ਸੀਗੇ, SCPC ਦੇ ਪ੍ਰਧਾਨ ਇੱਥੇ ਬੈਠੇ ਸੀਗੇ, ਇੱਥੇ ਬੈਠੇ ਸੀਗੇ ਬਲਵਿੰਦਰ ਸਿੰਘ ਭੁੰਦੜ ਸਾਹਿਬ, ਇੱਥੇ ਬੈਠੇ ਸੀਗੇ ਸਰਦਾਰ ਸੁਖਬੀਰ ਸਿੰਘ। ਹੁਣ ਇਹ ਫਸ ਗਏ ਹੈ। ਸਾਡੇ ਕੋਲੇ ਪੂਰੇ ਸਬੂਤ ਹੈ ਤੇ ਅਸੀਂ ਸਾਈਬਰ ਕ੍ਰਾਈਮ, ਇੱਥੇ ਸਾਡੇ ਵਕੀਲ ਸਾਹਿਬ ਸਿਮਰਨਜੀਤ ਸਿੰਘ ਬੈਠੇ ਆ, ਇਹ ਤਿਆਰ ਕਰ ਰਹੇ ਆ ਦਸਤਾਵੇਜ਼, ਤੇ ਅਸੀਂ ਇਹਨਾਂ ਦੇ ਖਿਲਾਫ ਇਹ ਰਿਪੋਰਟ ਦੇਣ ਨੂੰ ਤਿਆਰ ਹਾਂ। ਮਾਨ ਸਾਹਿਬ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਲੋਕ ਕਿਤੇ ਨਾ ਕਿਤੇ ਪੋਲਿੰਗ ਡੇ ਅੱਜ ਮਤਦਾਨ ਹੈ, ਜਿਮਨੀ ਚੋਣ ਹੈ, ਪਰ ਲੋਕ ਘੱਟ ਦੇਖਣ ਨੂੰ ਮਿਲ ਰਹੇ ਆ। ਹਾਲੇ ਤੱਕ 10% ਵੋਟ ਜਿਹੜੀ ਪੋਲ ਹੋਈ ਹੈ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਕੋਈ ਨਹੀਂ, ਇਹ ਵੱਧ ਹੀ ਜਾਊਗੀ ਕਿਉਂ ਕਰਕੇ ਝੋਨਾ ਲਾ ਰਹੇ ਆ ਲੋਕ, ਤੇ ਹੁਣ ਆਪਣੇ ਚਿੱਟੇ ਚਾਦਰੇ ਬੰਨ੍ਹ ਕੇ ਨਹਾ ਧੋ ਕੇ ਆਉਣਗੇ। ਪਰ ਜੇ ਕਿਸਾਨ ਲੋਕ ਮਿੱਟੀ ਦੇ ਨਾਲ ਭਰੇ ਵੀ ਆ ਜਾਣ ਨਾ, ਧਰਤੀ ਤਾਂ ਸਾਡੀ ਮਾਂ ਹੈ ਤੇ ਮੈਂ ਵੀ ਕਿਸਾਨ ਹੈ, ਮੈਨੂੰ ਤਾਂ ਕੋਈ ਫਰਕ ਨਹੀਂ ਪਊਗਾ। ਜਿਵੇਂ ਲਿਬੜੇ ਲੁਬੜੇ ਹੈਗੇ ਆ ਸਾਰੇ ਆ ਕੇ ਹੁਣ ਵੋਟਾਂ ਪਾ ਦੇਣ। ਵੋਟਾਂ ਸਿਮਰਨਜੀਤ ਮਾਨ ਨੂੰ? ਤੇ ਹੋਰ ਕਿਹਨੂੰ ਪਾਉਣੀਆਂ ਫਿਰ? ਹੋਰ ਤਾਂ ਕੋਈ ਹੈ ਨਹੀਂ ਇੱਥੇ, ਨਾ ਇੱਥੇ ਆਮ ਪਾਰਟੀ ਹੈ, ਨਾ ਬੀਜੇਪੀ RSS ਹੈ, ਨਾ ਕਾਂਗਰਸ ਹੈ। ਤਿੰਨ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਇੱਕ ਛੋਟੇ ਜਿਹੇ ਅਨਾਥ ਦੇ ਨਾਲ ਜਿਹੜਾ ਪਾਕਿਸਤਾਨ ਤੋਂ ਇੱਥੇ ਆ ਕੇ ਸ਼ਰਨ ਲੈਂਦਾ ਹੈ ਉਹਦੇ ਖਿਲਾਫ ਖੜੀ ਹੈ। ਤੇ ਜੇ ਇਸ ਸ਼ਰਨਾਰਥੀ ਨੇ ਉਹਨਾਂ ਨੂੰ ਹਰਾਤਾ ਫਿਰ ਤਾਂ ਇਹ ਕੌਤਕ ਹੋਊਗਾ। ਕੌਤਕ ਇਸ ਵਾਰ ਲੱਗਦਾ ਰਚਿਆ ਜਾਊਗਾ? ਇਹ ਤਾਂ ਤੁਸੀਂ ਦੱਸਣਾ, ਹੁਣ ਮੈਂ ਤਾਂ ਕਹੂੰਗਾ ਹੋ ਸਕਦਾ। ਸਾਰੇ ਕੈਂਡੀਡੇਟਸ ਨੂੰ, ਬਾਕੀਆਂ ਨੂੰ ਵੀ ਅਸੀਂ ਮਿਲ ਕੇ ਆਏ ਹਾਂ, ਸਾਰਿਆਂ ਦੀਆਂ ਫੈਮਲੀਜ਼ ਕਹਿ ਰਹੀਆਂ ਅਸੀਂ ਅਰਦਾਸ ਕਰਕੇ ਆਏ ਹਾਂ, ਸਾਰੇ ਦਾਅਵੇ ਕਰਦੇ ਆ ਜਿੱਤ ਦੇ। ਸਿਮਰਨਜੀਤ ਮਾਨ ਨੇ ਅਰਦਾਸ ਕੀਤੀ ਅੱਜ? ਉਹਨਾਂ ਦੀ ਅਰਦਾਸ ਅਸਲ ਦੇ ਵਿੱਚ ਹੈ ਕਿ ਅਸੀਂ ਜਿੱਤ ਨਹੀਂ ਸਕਦੇ ਤੇ ਸਿਮਰਨਜੀਤ ਸਿੰਘ ਮਾਨ ਜਿੱਤ ਜੇ ਤੇ ਸਾਡਾ ਖਹਿੜਾ ਛੁੱਟੇ ਇਸ ਇਲੈਕਸ਼ਨ ਤੋਂ, ਕਿਉਂ ਕਰਕੇ ਬਾਈ ਇਲੈਕਸ਼ਨ ਹੈ ਇਹ। ਬਾਹਰ ਤਾਂ ਨਿਕਲੇ ਦੀ ਸਾਰੀ ਕੈਂਪੇਨ ਦੇ ਵਿੱਚ ਮੈਂ ਇੱਕ ਮੋਟਰ ਨਾ ਆਮ ਪਾਰਟੀ ਦੀ ਦੇਖੀ ਹੈ, ਨਾ ਮੈਂ ਦੇਖੀ ਹੈ ਕਾਂਗਰਸ ਦੀ, ਨਾ ਬੀਜੇਪੀ RSS ਨਹੀਂ, ਨਾ ਬਾਦਲ ਦਲੀਆਂ ਦੀ। ਪਰ ਜਿਹੜਾ ਮੈਂ ਦੇਖਿਆ, ਜਿਹੜਾ ਤਬਦੀਲੀ ਆ ਗਈ ਹੈ ਇਸ ਇਲੈਕਸ਼ਨ ਦੀ ਸਾਡੀ ਕੈਂਪੇਨ 'ਚ, ਜਿਹੜਾ ਅਸੀਂ ਸ੍ਰੀ ਸਾਹਿਬ ਦੇ ਬਾਰੇ ਬੋਲੇ ਹਾਂ, ਝਾੜੂ ਦੇ ਬਾਰੇ ਬੋਲੇ ਹੈ, ਜਿਹੜੇ ਨਵੇਂ ਇਸ਼ਤਿਹਾਰ ਆਮ ਪਾਰਟੀ ਨੇ ਲਾਏ ਹੈ, ਤੁਸੀਂ ਦੇਖੋਗੇ ਉਹਦੇ ਵਿੱਚੋਂ ਹੁਣ ਝਾੜੂ ਕੱਢ ਦਿੱਤਾ ਗਿਆ ਤੇ ਜਿਹੜਾ ਉਹਨਾਂ ਦਾ ਚਿੱਟਾ ਝੰਡਾ ਸੀ ਉਸ ਨੂੰ ਨੀਲਾ ਤੇ ਕੇਸਰੀ ਰੰਗ ਲਿਆਤਾ। ਇੰਨਾ ਫਰਕ ਪੈ ਗਿਆ ਹੈ ਇੱਥੇ ਆਪਣੀ ਕੈਂਪੇਨ ਦਾ ਤੇ ਸ੍ਰੀ ਸਾਹਿਬ ਦਾ, ਜਿਹਦੀ ਬੇਅਦਬੀ ਕੀਤੀ ਸੀਗੀ ਭਗਵੰਤ ਜੀ ਨੇ। ਜਿਹੜਾ ਸਾਡਾ ਕਕਾਰ ਹੈ ਤੇ ਸ਼ਾਇਦ ਮੇਰਾ ਖਿਆਲ ਅਸੀਂ ਮੁਕੱਦਮਾ ਵੀ ਕਰ ਰਹੇ ਹਾਂ ਕਿ ਉਹਨਾਂ ਨੇ ਸਾਡੇ ਕਕਾਰ ਦੀ ਬੇਅਦਬੀ ਕੀਤੀ ਹੈ। ਇਹ ਬਹੁਤ ਵੱਡੀ ਗੱਲ ਹੈ। ਜਿਹੜਾ ਆਮ ਪਾਰਟੀ ਜਿਹਨੇ ਸਾਰੀਆਂ ਸੀਟਾਂ ਘੜੀਸ ਕੇ ਲੈ ਗਈ ਸੀ, ਅੱਜ ਉਹਨਾਂ ਨੂੰ ਆਪਣਾ ਇਸ਼ਤਿਹਾਰ ਦੇ ਉੱਤੇ ਝਾੜੂ ਤੇ ਲਾ ਨਹੀਂ ਰਹੇ ਤੇ ਝੰਡਾ ਤਬਦੀਲ ਕਰ ਲਿਆ ਆਪਣਾ। ਮਾਨ ਸਾਹਿਬ, ਮੈਂ ਰਾਤ ਵੀ ਤੁਹਾਨੂੰ ਸੁਣ ਰਿਹਾ ਸੀਗਾ, ਤੁਸੀਂ ਕਹਿ ਰਹੇ ਸੀ ਕਿ ਮੈਨੂੰ ਥ੍ਰੈਟ ਆਇਆ ਕਿਸੇ ਦੇ ਵੱਲੋਂ, ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕੌਣ ਹੈ, ਕਿਸ ਦੇ ਵੱਲੋਂ? ਉਹ ਸਾਡੇ ਰਿਕਾਰਡਡ ਹੈਗੀ ਹੈ, ਉਹ ਸਾਡੇ ਰਣਦੀਪ ਸਿੰਘ ਜੀ ਦੇ ਕੋਲੇ ਹੈ, ਉਹ ਦੱਸ ਸਕਦੇ ਆ ਤੁਹਾਨੂੰ। ਤੇ ਮੇਰੀ ਪੂਰੀ ਵਾਕਫੀਅਤ ਨਹੀਂ ਹੈ, ਪਰ ਉਹਨਾਂ ਦਾ ਸਾਰਾ ਕੁਝ ਸਾਨੂੰ ਮਿਲ ਗਿਆ ਹੈਗਾ ਕਿੱਥੋਂ ਆਈ ਹੈ। ਸ਼ਿਕਾਇਤ ਦਰਜ ਕਰਵਾਈ ਗਈ ਹੈ, ਇਨਫੋਰਮ ਕੀਤਾ ਗਿਆ ਪੁਲਿਸ ਨੂੰ? ਮੇਰਾ ਖਿਆਲ ਕੀਤਾ ਗਿਆ। ਇੱਕ ਦੇ ਖਿਲਾਫ ਮੁਕੱਦਮਾ ਵੀ ਮਲੇਰਕੋਟਲੇ ਦੀ ਪੁਲਿਸ ਨੇ ਕੀਤਾ, ਜਿਹੜੀ ਆਮ ਪਾਰਟੀ ਦਾ ਕੋਈ ਬਹੁਤ ਵੱਡਾ ਇਹ ਬੰਦਾ ਹੈਗਾ। ਕੀ ਲੱਗਦਾ, ਜਿਵੇਂ ਤੁਸੀਂ ਕਿਹਾ ਕਿ ਚਿੱਠੀ ਇੱਕ ਪਾਰਟੀ ਦੇ ਵੱਲੋਂ ਤੁਸੀਂ ਇਲਜ਼ਾਮ ਲਾਏ ਆ, ਦੂਸਰੀ ਤੁਸੀਂ ਇੱਕ ਹੋਰ ਪਾਰਟੀ ਨਹੀਂ ਮੈਂ ਲਾਏ, ਸੱਚ ਕੇ ਹੈ, ਉਹ ਤਾਂ ਫੜੀ ਗਈ ਹੈ। ਹੁਣ ਦੇਖੋ ਨਾ, ਪੰਜਾਬੀ 'ਚ ਤਾਂ ਚਿੱਠੀ ਲਿਖੀ ਹੈ ਤੇ ਅੰਗਰੇਜ਼ੀ 'ਚ ਮੇਰੇ ਦਸਤਖਤ ਕੀਤੇ ਹੋਏ ਆ। ਹੁਣ ਜੇ ਮੈਂ ਪੰਜਾਬੀ 'ਚ ਖਤ ਲਿਖੂੰਗਾ ਤੇ ਫਿਰ ਇਹ ਗੁਰਮੁਖੀ 'ਚ ਹੀ ਆਪਣੇ ਦਸਤਖਤ ਕਰੂੰਗਾ, ਅੰਗਰੇਜ਼ੀ ਥੋੜ੍ਹੀ ਕਰੂੰਗਾ। ਇਸ ਜਿਹੜਾ ਵੀ ਇਹ ਕ੍ਰਿਮੀਨਲ ਹੁੰਦਾ, ਜਰਾਇਮ ਪੇਸ਼ਾ ਆਦਮੀ ਹੁੰਦਾ ਹੈ, ਉਹ ਕਿਤੇ ਨਾ ਕਿਤੇ ਇਹੋ ਜਿਹੀ ਗਲਤੀ ਕਰਦਾ ਹੈ, ਆਪਣੀ ਨਿਸ਼ਾਨੀ ਛੱਡ ਜਾਂਦਾ ਹੈ ਜਿੱਥੋਂ ਉਹ ਫੜਿਆ ਜਾਂਦਾ ਹੈ। ਠੀਕ ਹੈ, ਇਹ ਪੁਲਿਸ ਦੀ ਇੱਕ ਥਿਊਰੀ ਹੈ ਕਿ ਹਰੇਕ ਜਿਹੜਾ ਮੁਜਰਮ ਹੁੰਦਾ ਹੈ ਉਹ ਆਪਣਾ ਵਿਜ਼ਿਟਿੰਗ ਕਾਰਡ ਜ਼ਰੂਰ ਛੱਡ ਕੇ ਜਾਂਦਾ ਹੈ। ਹੁਣ ਇੱਕ ਕਿਸਮ ਦੇ ਲੋਕ ਹੈ ਜਿਹੜੇ ਸੰਨ ਲਾਉਂਦੇ ਹੈ, ਚੋਰੀ ਕਰਕੇ ਜਾਂਦੇ ਹੈ, ਪਰ ਜਾਣ ਲੱਗਿਆ ਉਹ ਕਿਸੇ ਨਾ ਕਿਸੇ ਕਮਰੇ ਦੇ ਮੰਜੇ ਦੇ ਉੱਤੇ ਜਾਂ ਉਹ ਮੇਜ਼ ਦੇ ਉੱਤੇ ਹੱਗ ਕੇ ਚਲੇ ਜਾਂਦੇ ਹੈ। ਫਿਰ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜਾ ਗੈਂਗ ਹੈ। ਠੀਕ ਹੈ, ਇਹਨਾਂ ਨੇ ਆਪਣਾ ਵਿਜ਼ਿਟਿੰਗ ਕਾਰਡ ਛੱਡਤਾ ਹੈ, ਉਹਦੇ ਤੋਂ ਬਾਦਲ ਕੇ ਫੜੇ ਗਏ ਆ। ਆਪਾਂ ਲਾਸਟ ਇਲੈਕਸ਼ਨ ਦੇ ਵਿੱਚ ਗੱਲ ਕਰ ਰਹੀ ਸੀ, ਵਿਧਾਨ ਸਭਾ ਇਲੈਕਸ਼ਨ, ਜਦੋਂ ਅਮਰਗੜ੍ਹ ਤੋਂ ਤੁਸੀਂ ਚੋਣ ਲੜਦੇ ਹੋ, ਤਾਂ ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਤਾਂ ਲੜ ਰਿਹਾ ਕੌਮ ਦੇ ਲਈ, ਮੈਂ ਲੜ ਰਿਹਾ ਆਪਣੇ ਫਰਜ਼ਾਂ ਦੇ ਲਈ, ਪਰ ਸਾਡੀ ਕੌਮੀਅਤ ਭੁੱਲ ਗਈ। ਤੁਹਾਨੂੰ ਲੱਗਦਾ ਹੁਣ ਕੌਮ ਨੂੰ ਕੌਮੀਅਤ ਯਾਦ ਰਹੂਗੀ?
ਮੇਰਾ ਖਿਆਲ ਵਾਪਸ ਆ ਰਹੀ ਹੈ। ਸੰਤ ਜਰਨੈਲ ਸਿੰਘ ਦੀ ਸੋਚ ਵਾਪਸ ਆ ਗਈ ਹੈ, ਜਿਹਦੇ ਨਾਲ ਵੋਟਾਂ ਮੈਨੂੰ ਪੈ ਰਹੀਆਂ ਤੇ ਜਿਹੜੀਆਂ ਕੁਰਬਾਨੀਆਂ ਸਰਦਾਰ ਦੀਪ ਸਿੰਘ ਸਿੱਧੂ ਨੇ ਕੀਤੀਆਂ ਤੇ ਮੂਸੇਵਾਲ ਸਾਹਿਬ ਨੇ ਕੀਤੀਆਂ, ਉਹ ਜਿਹੜੇ ਹਜ਼ਾਰਾਂ ਸਿੱਖ ਹਕੂਮਤ ਨੇ 1984 ਤੋਂ ਬਾਅਦ ਸ਼ਹੀਦ ਕਰਾਤੇ ਸੀਗੇ, ਉਹਨਾਂ ਦੀ ਆਵਾਜ਼ ਵਾਪਸ ਆ ਗਈ ਹੈ ਤੇ ਪਾਰਲੀਮੈਂਟ ਦੇ ਵਿੱਚ ਜੇ ਫਤਿਹ ਹੋਈ ਉਹ ਗੂੰਜੂਗੀ, ਉਹ ਲੈ ਕੇ ਜਾਵਾਂਗੇ। ਮਿਸ ਕਰ ਰਹੇ ਹੋ ਅੱਜ ਸਿੱਧੂ ਨੂੰ ਜਾਂ ਦੀਪ ਸਿੱਧੂ ਨੂੰ, ਸਿੱਧੂ ਮੂਸੇਵਾਲਾ ਨੂੰ? ਅੱਜ ਗੀਤ ਵੀ ਆ ਰਿਹਾ ਸਿੱਧੂ ਮੂਸੇਵਾਲਾ ਦਾ SYL। ਮੈਂ ਉਹਨਾਂ ਨੂੰ ਵੀ ਮਿਸ ਕਰ ਰਿਹਾ, ਸੰਤ ਜਰਨੈਲ ਸਿੰਘ ਨੂੰ ਵੀ ਮਿਸ ਕਰ ਰਿਹਾ ਤੇ ਹਜ਼ਾਰਾਂ ਯੋਧੇ ਜਿਨ੍ਹਾਂ ਨੇ ਸਾਡੇ ਧਰਮ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਤੇ ਉਹ ਜ਼ਾਲਮ ਹਕੂਮਤ ਜਿਸ ਨੇ ਇਹ ਜ਼ੁਲਮ ਸਾਡੇ ਉੱਤੇ 1984 ਤੋਂ ਬਾਅਦ ਸ਼ੁਰੂ ਕੀਤਾ ਤੇ ਅੱਜ ਵੀ ਉਹਦੀਆਂ ਜੜ੍ਹਾਂ ਅਜੇ ਤੱਕ ਹੈਗੀਆਂ, ਜਿਹੜੀਆਂ ਸਿੱਖ ਕੌਮ ਨੂੰ ਪੱਟਣੀਆਂ ਪੈਣੀਆਂ ਤੇ ਘੱਟ ਗਿਣਤੀਆਂ ਨੂੰ। ਧੰਨਵਾਦ ਜੀ, ਸ਼ੁਕਰੀਆ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿ ਸਿਮਰਨਜੀਤ ਸਿੰਘ ਮਾਨ ਦਾਵਾ ਹਰ ਕੋਈ ਕਰ ਰਿਹਾ ਜਿੱਤ ਦਾ, ਪਰ ਸਿਮਰਨਜੀਤ ਸਿੰਘ ਮਾਨ ਵੀ ਕਹਿ ਰਿਹਾ ਕਿ ਕੌਮੀਅਤ ਜਿਹੜੀ ਆ ਵਾਪਸ ਆ ਰਹੀ ਹੈ ਕੌਮ ਦੇ ਵਿੱਚ, ਤੇ ਕਹਿ ਰਹੇ ਨੇ ਕਿ ਮੈਨੂੰ ਜਿਹੜਾ ਵੋਟ ਪਾਈ ਜਾਊਗੀ ਤੇ ਪਾਰਲੀਮੈਂਟ ਦੇ ਵਿੱਚ ਫਤਿਹ ਜਿਹੜੀ ਆ ਗੂੰਜੂਗੀ। ਅਜਿਹਾ ਦਾਵਾ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਕੀਤਾ ਜਾ ਰਿਹਾ। ਕੈਮਰਾਮੈਨ SK ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਸੰਗਰੂਰ।